ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਕੌਮੀ ਪੱਧਰ ਤੇ ਸੰਘਰਸ਼ ਦਾ ਐਲਾਨ ਕਰਨ ਬਾਰੇ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰ ਸਰਕਾਰ ਵੱਲੋਂ ਜਿਹੜੇ ਅੱਜ ਤੋਂ 5 ਮਹੀਨੇ ਪਹਿਲਾਂ ਖੇਤੀ ਆਰਡੀਨੈਂਸ ਲਿਆਏ ਗਏ ਸੀ, ਉਹਨਾਂ ਨੂੰ ਧੱਕੇ ਨਾਲ ਖੇਤੀ ਕਾਨੂੰਨ ਵੀ ਬਣਾ ਦਿੱਤਾ, ਪਰ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੇ ਦਿਨ ਤੋਂ ਇਹਨਾਂ ਦੇ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਸੀਗਾ। ਉਸੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਦੀਆਂ ਲਗਭਗ 250 ਜਥੇਬੰਦੀਆਂ ਵੱਲੋਂ ਦਿੱਲੀ ਦੇ ਵਿੱਚ ਇੱਕ ਸਾਂਝੇ ਤੌਰ 'ਤੇ ਮੀਟਿੰਗ ਕੀਤੀ ਗਈ ਹੈ। ਉਹ ਮੀਟਿੰਗ ਦੇ ਵਿੱਚ ਕਿਸਾਨਾਂ ਵੱਲੋਂ ਕੀ ਫੈਸਲਾ ਲਿਆ ਗਿਆ, ਕੀ ਰਣਨੀਤੀ ਤਿਆਰ ਕੀਤੀ ਗਈ ਹੈ? ਅਸਲ ਦੇ ਵਿੱਚ ਇਹ ਜਿਹੜਾ ਜਦੋਂ ਆਰਡੀਨੈਂਸ ਆਏ ਨੇ ਉਦੋਂ ਤੋਂ ਲੈ ਕੇ ਹੀ ਪੰਜਾਬ ਦੇ ਵਿੱਚ ਤਾਂ ਸੰਘਰਸ਼ ਦੀ ਸ਼ੁਰੂਆਤ ਹੋ ਗਈ ਸੀ। ਪੰਜਾਬ ਨੇ ਉਹਨੂੰ ਲੀਡ ਕੀਤਾ, ਫਿਰ ਪਾਰਲੀਮੈਂਟ ਦਾ ਇਜਲਾਸ ਆਇਆ, ਫਿਰ ਉਹ ਕਾਨੂੰਨ ਬਣੇ ਅਤੇ ਇਹਦੇ 'ਚ ਇੱਥੇ ਬੜੇ ਵੱਡੇ ਪੱਧਰ 'ਤੇ ਇੱਕ ਅੰਦੋਲਨ ਹੋਇਆ। ਬੱਚਾ ਜਿਵੇਂ ਕਹਿੰਦੇ ਨੇ ਕਿਸਾਨੀ ਤੋਂ, ਨੌਜਵਾਨ ਵੀ, ਕਲਾਕਾਰ ਵੀ, ਔਰਤਾਂ ਵੀ, ਉਹ ਸਾਰੇ ਲੋਕ ਇਹਦੇ 'ਚ ਆਏ। ਪੰਜਾਬ ਨੇ 25 ਤਰੀਕ ਨੂੰ 25 ਸਤੰਬਰ ਨੂੰ ਇੱਕ ਬੰਦ ਕਰਕੇ ਵੀ ਇਹਦਾ ਮੈਸੇਜ ਦਿੱਤਾ ਕਿ ਇਹ ਕਿਸਾਨੀ ਦੇ ਖਿਲਾਫ ਨੇ। ਅਤੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਵੀ ਲੋਕਾਂ ਦੇ ਇਕੱਠ ਹੋਏ ਕਿਸਾਨਾਂ ਦੇ। ਲਗਾਤਾਰ ਉਹ ਦੁਸ਼ਯੰਤ ਚੌਟਾਲਾ ਦੇ ਘਰ ਮੂਹਰੇ ਬੈਠੇ, ਪੱਕਾ ਮੋਰਚਾ ਲਾ ਕੇ ਵੀ ਬੈਠੇ ਹੋਏ ਨੇ। ਹੋਰਾਂ ਰਾਜਾਂ ਦੇ ਵਿੱਚ ਵੀ ਥੋੜ੍ਹਾ ਅੰਦੋਲਨ ਸਟਾਰਟ ਹੋਇਆ ਸੀ, ਪਰ ਸਵਾਲ ਕੇਵਲ ਇਹ ਸੀਗਾ ਕਿ ਕੀ ਇਹ ਅੰਦੋਲਨ ਇਕਜੁੱਟ ਹੋਏ ਬਿਨਾਂ, ਇਕੱਲੇ ਆਪੋ ਆਪਣੇ ਤਰੀਕੇ ਨਾਲ ਜਿੰਨਾ ਕੁ ਕੋਈ ਕਰ ਰਿਹਾ ਉਹਦੇ ਨਾਲ ਅਸਰ ਪੈਂਦਾ ਓਨਾ ਦਿਖਾਈ ਨਹੀਂ ਦਿੱਤਾ ਜਿੰਨਾ ਅਸਰ ਬਣਨਾ ਚਾਹੀਦਾ। ਕਿਉਂਕਿ ਪੰਜਾਬ ਦਾ ਅੰਦੋਲਨ ਹੋਇਆ ਤਾਂ ਗੌਰਮੈਂਟ ਨੇ ਚਾਹੇ ਇਹੀ ਕਿਹਾ, ਪਹਿਲਾਂ ਪੰਜਾਬ ਦੇ ਲੀਡਰਾਂ ਨੂੰ ਸੱਦਾ ਪੱਤਰ ਭੇਜਿਆ ਕੇਵਲ ਇੰਨਾ ਕਰਕੇ ਕਿ ਜੀ ਅਸੀਂ ਤੁਹਾਡੀ ਗੱਲ ਸੁਣਨਾ ਚਾਹੁੰਦੇ ਹਾਂ। ਮੁੜ ਕੇ ਉਹਨਾਂ ਨੇ ਕਿਹਾ ਕਿ ਚਿੱਠੀ ਠੀਕ ਨਹੀਂ ਹੈ। ਫਿਰ ਉਹ 31 ਜਥੇਬੰਦੀਆਂ ਦੇ ਨਾਂ ਭੇਜੀ, ਫਿਰ ਉਹ ਗੱਲਬਾਤ ਕਰਨ ਚਲੇ ਗਏ, ਜਿੱਥੋਂ ਉਹਨਾਂ ਨੂੰ ਲੱਗਿਆ ਕਿ ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਨਹੀਂ ਸੱਦਿਆ, ਅਫਸਰ ਬੁਲਾ ਕੇ ਸਾਨੂੰ ਗੱਲ ਕਰਨਾ ਚਾਹੁੰਦਾ। ਔਰ ਉਹਦੇ 'ਚ ਇੱਕ ਗੱਲ ਨਾਲ ਇਹ ਵੀ ਸੀ ਕਿ ਬਾਕੀ ਸੂਬਿਆਂ ਨੂੰ ਵੀ ਨਾਲ ਇਨਵੋਲਵ ਕਰਨਾ ਚਾਹੀਦਾ, ਕਿਉਂਕਿ ਕਾਨੂੰਨ ਦੇਸ਼ ਪੱਧਰ 'ਤੇ ਲਾਗੂ ਨੇ, ਇਕੱਲੇ ਪੰਜਾਬ ਦੇ ਵਿੱਚ ਨਹੀਂ ਹੈ। ਇਹ ਠੀਕ ਹੈ ਕਿ ਇਹਦਾ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ ਜ਼ਿਆਦਾ ਅਸਰ ਇਹਦਾ ਪੈ ਰਿਹਾ ਪੰਜਾਬ 'ਤੇ, ਹਰਿਆਣਾ 'ਤੇ ਪੱਛਮੀ ਯੂਪੀ 'ਤੇ। ਹੁਣ ਕਿਸਾਨ ਜਥੇਬੰਦੀਆਂ ਨੇ ਮਹਿਸੂਸ ਕੀਤਾ ਕਿ ਪੰਜਾਬ ਦੇ ਵਿੱਚ ਇਹ ਪਿੜ ਮੰਗਾਉਣ ਤੋਂ ਬਾਅਦ ਉਹਦੇ 'ਚ ਇੱਕ ਪਹਿਲ ਕਦਮੀ ਲਈ ਗਈ ਹੈ ਕਿ ਇਸ ਅੰਦੋਲਨ ਨੂੰ ਹੁਣ ਵਿਆਪਕ ਤੌਰ 'ਤੇ ਫੈਲਾਇਆ ਜਾਏ। ਔਰ ਉਸ ਲਈ ਇੱਕ ਪਹਿਲਾਂ ਹੀ ਬਣੀ ਹੋਈ ਜਿਹੜੀ 2015 ਦੇ ਵਿੱਚ ਜਦੋਂ ਇੱਕ ਕਿਸਾਨ ਅੰਦੋਲਨ ਉੱਠਿਆ ਸੀ, ਕਿਸਾਨ ਅੰਦੋਲਨ ਵੱਡੇ ਪੱਧਰ 'ਤੇ ਹੋਇਆ ਔਰ ਮੰਦਸੌਰ ਦੇ ਵਿੱਚ 5 ਕਿਸਾਨ ਗੋਲੀਆਂ ਨਾਲ ਮਾਰੇ ਵੀ ਗਏ ਸੀ, ਪੁਲਿਸ ਦੀਆਂ ਗੋਲੀਆਂ ਨਾਲ। ਉਸ ਬੜੇ ਅੰਦੋਲਨ ਦੇ ਦੌਰਾਨ ਇੱਕ ਕਮੇਟੀ ਜਿਹੜੀ ਬਣੀ ਸੀ, ਕੋਆਰਡੀਨੇਸ਼ਨ ਕਮੇਟੀ ਕਿਸਾਨ ਜਥੇਬੰਦੀਆਂ ਦੀ, ਜਿਹੜਾ ਕਿਹਾ ਜਾ ਰਿਹਾ ਕਿ 250 ਕਿਸਾਨ ਜਥੇਬੰਦੀਆਂ ਦੀ ਇਹ ਇੱਕ ਕਮੇਟੀ ਬਣੀ ਹੋਈ ਹੈ, ਤਾਲਮੇਲ ਕਮੇਟੀ ਹੈ। ਉਸ ਤਾਲਮੇਲ ਕਮੇਟੀ ਨੇ ਅੱਜ ਦੀ ਮੀਟਿੰਗ ਜਿਹੜੀ ਰੱਖੀ ਹੋਈ ਸੀ, ਅਤੇ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸਾਰਿਆਂ ਨੇ ਰਲ ਕੇ ਕਿ ਹਾਂ, ਸਾਨੂੰ ਇਹਨੂੰ ਨੈਸ਼ਨਲ ਲੈਵਲ 'ਤੇ ਮੁੱਦੇ ਨੂੰ ਉਠਾਉਣ ਦੀ ਲੋੜ ਹੈ, ਸਾਂਝੇ ਤੌਰ 'ਤੇ ਉਠਾਉਣ ਦੀ ਲੋੜ ਹੈ। 5 ਨਵੰਬਰ ਨੂੰ ਪਹਿਲਾਂ ਹੀ ਕੁਝ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਸੀ, ਪੰਜਾਬ ਦੀਆਂ ਨੇ ਵੀ, ਹਰਿਆਣੇ ਦੀਆਂ ਨੇ ਵੀ, ਪੂਰੇ ਦੇਸ਼ ਦੇ ਬੰਦ ਦਾ। ਔਰ ਹੁਣ ਉਹ ਸਾਰੀਆਂ ਜਥੇਬੰਦੀਆਂ ਦੀ ਅੱਜ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਅਸੀਂ ਦੇਸ਼ ਵਿਆਪੀ ਬੰਦ 5 ਨਵੰਬਰ ਨੂੰ, ਬੰਦ ਨਹੀਂ ਮਤਲਬ ਜਾਮ, ਸੜਕਾਂ ਜਾਮ ਕਰਾਂਗੇ ਉਸ ਪੱਧਰ ਦੇ ਉੱਤੇ 10 ਵਜੇ ਤੋਂ ਲੈ ਕੇ ਸਵੇਰੇ ਸ਼ਾਮ 4 ਵਜੇ ਤੱਕ ਸੜਕਾਂ ਜਾਮ ਕਰਾਂਗੇ, ਜਾਮ ਦਾ ਸੱਦਾ। ਇਹਦੇ ਤੋਂ ਬਾਅਦ ਫਿਰ ਕਿਉਂਕਿ ਇਹਦਾ ਮੇਨ ਫੋਕਸ, ਮੇਨ ਜਿਹੜਾ ਕੇਂਦਰ ਹੈ ਉਹ ਦਿੱਲੀ ਹੈ, ਦਿੱਲੀ ਦੀ ਸਰਕਾਰ ਨੇ ਕੀਤਾ, ਭਾਰਤ ਸਰਕਾਰ ਨੇ, ਤਾਂ 26-27 ਨਵੰਬਰ ਨੂੰ 2 ਦਿਨ ਦਿੱਲੀ ਨੂੰ ਦਾ ਘਿਰਾਓ ਕਰਨ ਦਾ ਇੱਕ ਫੈਸਲਾ ਕੀਤਾ ਗਿਆ, ਕਿਉਂਕਿ ਦਿੱਲੀ ਦੇ ਨਾਲ ਇਹ ਹੋਰ ਵੀ ਮਹੱਤਵਪੂਰਨ ਇਸ ਕਰਕੇ ਹੋ ਜਾਂਦਾ ਕਿ ਇੱਥੋਂ ਪੰਜਾਬ ਹਰਿਆਣਾ ਇਸ ਬਾਰਡਰ ਤੋਂ ਜਾਏਗਾ, ਉਧਰ ਯੂਪੀ ਦਾ ਆਪਣਾ ਇੱਕ ਬਾਰਡਰ ਹੈ, ਉਧਰ ਰਾਜਸਥਾਨ ਤੋਂ ਲੋਕ ਆਉਣਗੇ, ਆਲੇ ਦੁਆਲੇ ਆਉਣਗੇ, ਤਾਂ ਦਿੱਲੀ ਦਾ ਇੱਕ ਘਿਰਾਓ ਕਰਨ ਦਾ ਇੱਕ ਸੱਦਾ 2 ਦਿਨ ਦਾ ਜਿਹੜਾ ਦਿੱਤਾ ਗਿਆ, ਤਾਂ ਕਿ ਇਹ ਦਿਖਾਇਆ ਜਾਏ ਕਿ ਕਿਸਾਨੀ ਕਿੰਨੀ ਉਸ ਦੇ ਵਿੱਚ ਸ਼ਾਮਲ ਹੈ, ਸ਼ਮੂਲੀਅਤ ਹੈ, ਕਿੰਨਾ ਉਹਨਾਂ ਦਾ ਗੁੱਸਾ ਹੈ, ਕੀ ਕਰਨਾ ਚਾਹੁੰਦੇ ਸਰਕਾਰ 'ਤੇ ਇੱਕ ਦਬਾਅ ਲਾਮਬੰਦ ਕੀਤਾ ਜਾ ਸਕੇ। ਇਹਦੇ ਤੋਂ ਬਾਅਦ ਵੀ ਲਗਾਤਾਰ ਫਿਰ ਇਕਜੁੱਟ ਰੱਖਣ ਲਈ, ਤਾਲਮੇਲ ਕਰਨ ਦੇ ਵਾਸਤੇ ਇੱਕ 5 ਮੈਂਬਰੀ ਕਮੇਟੀ ਦੀ ਵੀ ਜਿਹੜੀ ਫਾਰਮੇਸ਼ਨ ਕੀਤੀ ਹੈ। ਔਰ ਉਸ ਕਮੇਟੀ ਦੇ ਵਿੱਚ ਵੱਖ-ਵੱਖ ਜਗ੍ਹਾ ਤੋਂ ਆਗੂ ਲਏ ਗਏ ਨੇ। ਯੂਪੀ ਤੋਂ ਨੇ BM ਸਿੰਘ, ਜਿਹੜੇ ਉਸ ਕਮੇਟੀ ਦੇ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਵੀ ਪਹਿਲਾਂ ਹੀ ਕਨਵੀਨਰ ਨੇ, ਜਿਹੜੇ ਉਹਨਾਂ ਨੂੰ ਚਲਾ ਰਹੇ ਨੇ। ਔਰ ਇਹਦੇ ਨਾਲ ਦੀ ਨਾਲ ਇੱਕ ਮਹਾਰਾਸ਼ਟਰ ਤੋਂ ਵੀ ਨੇ, ਅਤੇ ਇੱਕ ਇਹ ਜੋਗਿੰਦਰ ਜਾਦਵ ਹੋਣੀ ਨੇ, ਹਰਿਆਣੇ ਤੋਂ ਜਿਹੜੇ ਗੁਰਨਾਮ ਸਿੰਘ ਨੇ, ਅਤੇ ਪੰਜਾਬ ਤੋਂ ਬਲਬੀਰ ਸਿੰਘ ਰਾਜੇਵਾਲ ਨੇ, ਜਿਹੜੇ ਉਸ ਕਮੇਟੀ ਦੇ ਵਿੱਚ ਮੈਂਬਰ ਨੇ, ਤਾਂ ਕਿ ਉਹ ਤਾਲਮੇਲ ਰੱਖ ਲੇਗੀ ਸਾਰੀ ਕਮੇਟੀ ਦੇ। ਔਰ ਇਹਦੇ 'ਚ ਮਹਿਸੂਸ ਕੀਤਾ ਗਿਆ
ਕਿ ਕਿਸਾਨ ਅੰਦੋਲਨ ਨੂੰ ਵਿਆਪਕ ਬਣਾਉਣ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸੇ ਨਾ ਕਿਸੇ ਕਾਰਨ ਕਰਕੇ ਇਸ ਪੂਰੇ ਗੱਠਜੋੜ ਤੋਂ ਬਾਹਰ ਨੇ, ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਜਾਏ ਇਹਦੇ 'ਚ ਲਿਆਉਣ ਦੀ। ਜੇ ਹਜੇ ਉਹ ਗੱਠਜੋੜ ਦੇ ਵਿੱਚ ਨਹੀਂ ਹੈ ਤਾਂ ਸਭ ਨੂੰ ਕਿਹਾ ਜਾਏ ਕਿ ਇਹ ਜਿਹੜੇ ਸੱਦਾ ਦਿੱਤਾ ਗਿਆ ਹੈ, ਇਹਦੇ ਉੱਤੇ ਸਾਂਝੇ ਤੌਰ ਤੇ ਅਮਲ ਕਰਨ ਦਾ ਜਿਹੜਾ ਸੱਦਾ ਦਿੱਤਾ ਜਾਵੇ ਉਸ ਪੱਧਰ ਦੇ ਉੱਤੇ। ਔਰ ਜਿੰਨੀਆਂ ਵੀ ਈਵਨ ਪੰਜਾਬ ਤੋਂ ਬਾਹਰ ਵੀ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚ ਬੇਜ਼ਮੀਨੇ ਕਿਸਾਨ ਵੀ, ਉਹਨਾਂ ਦੇ ਵਿੱਚ ਔਰਤਾਂ ਵੀ, ਤੇ ਉਹਨਾਂ ਦੇ ਵਿੱਚ ਜਿਹੜੇ ਕਬਾਇਲੀ ਖੇਤਰਾਂ ਦੇ ਕਿਸਾਨ ਵੀ, ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਅੰਦੋਲਨ ਬੜੇ ਵੱਡੇ ਪੱਧਰ ਤੇ ਹੋਏ ਜੇ। ਔਰ ਇਹ ਇੱਕ ਅਗਲਾ ਕਦਮ ਹੈ। ਪਹਿਲਾ ਜਿਹੜਾ ਰਾਜਾਂ 'ਚ ਆਪਣੇ ਆਪਣੇ ਲੈਵਲ ਤੇ ਚੱਲ ਰਹੇ ਅੰਦੋਲਨ ਨੂੰ ਇੱਕ ਤਾਲਮੇਲਮਾ ਦੇਸ਼ ਵਿਆਪੀ ਅੰਦੋਲਨ ਦੇ ਵਿੱਚ ਤਬਦੀਲ ਕਰਨ ਦੇ ਬਾਅਦ ਪਹਿਲਾ ਕਦਮ ਹੈ। ਜੀ ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਕਿਸਾਨਾਂ ਦੀਆਂ 250 ਦੇ ਕਰੀਬ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਨੂੰ ਜਿਹੜਾ ਹੈਗਾ ਦੇਸ਼ ਵਿਆਪਕ ਤੌਰ ਤੇ ਵਧਾਉਣ ਲਈ ਜਿਹੜੇ ਤਾਲਮੇਲ ਕਮੇਟੀ ਨੇ ਫੈਸਲਾ ਕੀਤਾ ਵੀ ਕਿ 5 ਨਵੰਬਰ ਨੂੰ ਉਹ ਸੜਕਾਂ ਜਾਮ ਕਰਨਗੇ, ਫਿਰ 26 ਤੇ 27 ਨਵੰਬਰ ਨੂੰ ਉਹ ਜਿਹੜਾ ਦਿੱਲੀ ਦਾ ਘਿਰਾਓ ਕਰਨਗੇ। ਇਸ ਸੰਘਰਸ਼ ਦੇ ਵਿੱਚ ਕਿਸਾਨ, ਮਜ਼ਦੂਰ ਤੇ ਕੁਝ ਜਥੇਬੰਦੀਆਂ ਤਾਂ ਦਿਖਾਈ ਦੇ ਰਹੀਆਂ ਨੇ, ਪਰ ਜਿਹੜੇ ਹੋਰ ਵੀ ਇਸ ਤੋਂ ਇਲਾਵਾ ਅਨੇਕ ਤਬਕੇ ਅਜਿਹੇ ਹਨ ਜਿਹੜੇ ਕਿ ਹਲੇ ਵੀ ਕਿਸਾਨਾਂ ਤੋਂ ਬਾਹਰ ਨੇ, ਜਦਕਿ ਇਹ ਖੇਤੀ ਕਾਨੂੰਨ ਹਰ ਵਰਗ ਤੇ ਜਿਹੜਾ ਹੈਗਾ ਪ੍ਰਭਾਵ ਪਾਉਣਗੇ ਅੱਜ ਨਹੀਂ ਤਾਂ 4 ਦਿਨਾਂ ਬਾਅਦ। ਤਾਂ ਉਹਨਾਂ ਵਰਗਾਂ ਨੂੰ ਜਾਂ ਉਹਨਾਂ ਤਬਕਿਆਂ ਨੂੰ ਨਾਲ ਜੋੜਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ? ਕਿਸਾਨ ਜਥੇਬੰਦੀਆਂ ਮਹਿਸੂਸ ਤਾਂ ਸ਼ੁਰੂ ਤੋਂ ਹੀ ਕਰ ਰਹੀਆਂ ਨੇ, ਔਰ ਇਹ ਗੱਲ ਵੀ ਵਾਜਬ ਹੈ ਕਿ ਕੇਵਲ ਕਿਸਾਨ ਅੰਦੋਲਨ ਬਣਾ ਕੇ ਜਾਂ ਤਾਂ ਦੇਸ਼ ਵਿਆਪੀ ਕਿਸਾਨ ਅੰਦੋਲਨ ਵੱਡਾ ਹੋ ਜਾਏ ਫਿਰ ਵੀ ਪ੍ਰਭਾਵ ਪੈਂਦਾ, ਪਰ ਇਹਨੂੰ ਲੋਕ ਅੰਦੋਲਨ 'ਚ ਤਬਦੀਲ ਕਰਨ ਦਾ ਸਵਾਲ ਹੈ। ਜਿੰਨੀਆਂ ਮਜ਼ਦੂਰ ਜਥੇਬੰਦੀਆਂ, ਬੇਜ਼ਮੀਨਿਆਂ ਦੀਆਂ ਜਥੇਬੰਦੀਆਂ, ਛੋਟੇ ਵਪਾਰੀਆਂ ਦੀਆਂ, ਕਾਰੀਗਰਾਂ ਦੀਆਂ, ਹੋਰ ਸਾਰੇ ਲੋਕਾਂ ਦੀ ਇਨਵੋਲਵਮੈਂਟ ਹੈ। ਔਰ ਇਹ ਇਨਵੋਲਵਮੈਂਟ ਦੇ ਰੂਪ ਦੇ ਵਿੱਚ ਇਹ ਵੀ ਹੈ ਕਿ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਵੀ ਉਹਨਾਂ ਨੂੰ ਕਿਵੇਂ ਸ਼ਾਮਲ ਕੀਤਾ ਜਾਏ, ਉਹਨਾਂ ਦੀ ਰਾਏ ਕਿਵੇਂ ਲਈ ਜਾਏ, ਉਹਨਾਂ ਦੇ ਨਾਲ ਜਿਹੜੇ ਸਮਾਜਿਕ ਤੌਰ ਤੇ ਹੇਠਾਂ ਥੋੜ੍ਹੇ ਬਹੁਤ ਆਪਸੀ ਵਿਵਾਦ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਏ, ਔਰ ਬੌਧਿਕ ਤਬਕੇ ਨੂੰ ਕਿਵੇਂ ਇਸ ਦੇ ਵਿੱਚ ਸ਼ਾਮਲ ਕੀਤਾ ਜਾਏ। ਇਹ ਸਾਰੀਆਂ ਗੱਲਾਂ ਆਪਣੇ ਆਪ 'ਚ ਇੰਪੋਰਟੈਂਟ ਨੇ। ਔਰ ਕਿਸਾਨ ਅੰਦੋਲਨ ਨੂੰ ਇਹ ਕਰਨਾ ਵੀ ਪਏਗਾ ਕਿ ਦੇਸ਼ ਦੇ ਵਿੱਚ ਜਿਵੇਂ ਸਰਕਾਰਾਂ ਨੇ, ਸਰਕਾਰਾਂ ਕੋਲ ਅਫਸਰ ਨੇ, ਅਫਸਰਾਂ ਦੇ ਰਾਹੀਂ ਉਹ ਗੱਲ ਆਪਣੀ ਕਰਦੇ ਨੇ ਕਿਸਾਨਾਂ ਦੇ ਨਾਲ। ਔਰ ਇਸੇ ਤਰ੍ਹਾਂ ਕਿਸਾਨ ਅੰਦੋਲਨ ਨੂੰ ਵੀ ਇੱਕ ਬੌਧਿਕ ਗਰੁੱਪ ਦੀ ਵੀ ਮਤਲਬ ਫਾਰਮੇਸ਼ਨ ਜਾਂ ਇੱਕ ਨਿਰਮਾਣ ਕਰਨ ਦੀ ਲੋੜ ਹੈ, ਜਿਹੜੇ ਕਿਸਾਨ ਪੱਖੀ, ਮਜ਼ਦੂਰ ਪੱਖੀ, ਪੇਂਡੂ ਅਰਥ ਵਿਵਸਥਾ ਨਾਲ ਜੁੜੇ ਜਾਂ ਦੇਸ਼ ਦੇ ਆਮ ਲੋਕਾਂ ਨਾਲ ਜੁੜੇ ਜਿਹੜਾ ਬੌਧਿਕ ਤਬਕਾ ਹੈ, ਜਿਹੜੇ ਐਕਸਪਰਟ ਨੇ, ਮਾਹਰ ਨੇ, ਉਹਨਾਂ ਦੀਆਂ ਨੀਤੀਗਤ ਗੁੰਝਲਾਂ ਨੂੰ ਸਮਝਦੇ ਨੇ, ਉਹਨਾਂ ਦਾ ਵੀ ਇੱਕ ਗਰੁੱਪ ਬਣਾਉਣ ਦੀ ਲੋੜ ਹੈ ਜਿਹੜਾ ਉਹਨਾਂ 'ਤੇ ਮਤਲਬ ਪੂਰੀ ਤਰ੍ਹਾਂ ਵਿਆਖਿਆ ਕਰਕੇ ਦੱਸਦਾ ਰਹੇ ਤੇ ਨਾਲ ਆਰਗੂਮੈਂਟ ਵੀ, ਦਲੀਲ ਤੇ ਤੱਥ ਦੇ ਨਾਲ ਗੱਲ ਕਰਨ ਦੀ ਗੱਲ ਕਰੇ। ਉਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿਸਾਨ ਜਥੇਬੰਦੀਆਂ ਨੂੰ। ਔਰ ਇਹਦੇ ਨਾਲ ਦੀ ਨਾਲ ਇੱਕ ਹੋਰ ਜਿਹੜਾ ਵੱਡਾ ਪਹਿਲੂ ਹੈ, ਇਹ ਦੇਖਣਾ ਹੋਏਗਾ ਕਿ ਕਿਹੜੇ ਮੁੱਦਿਆਂ ਤੇ ਸਹਿਮਤੀ ਹੁੰਦੀ ਹੈ ਪੂਰੇ ਦੇਸ਼ ਦੇ ਵਿੱਚ। ਇੱਕ ਤਾਂ ਹੁਣ ਇਹ ਹੈ ਕਿ ਕੀ MSP ਦਾ ਜਿਹੜਾ ਇਕੱਲਾ ਸਵਾਲ ਹੈ, ਜੇ ਥੋੜੇ ਥਾਂ ਤੇ MSP ਦੇ ਖਰੀਦ ਦੀ ਗਰੰਟੀ ਹੈ, ਦੂਜੇ ਥਾਵਾਂ ਤੇ ਖਰੀਦ ਦੀ ਗਰੰਟੀ ਨਹੀਂ ਹੈ, ਤਾਂ ਉਹ ਤਾਲਮੇਲ ਕਿਵੇਂ ਬਹਿੰਦਾ, ਉਹਨਾਂ ਨੂੰ ਵੀ ਕੀ ਨੁਕਸਾਨ ਹੋਣਾ ਉਸ MSP ਦੇ ਨਾਲ। ਦੂਜੀ ਗੱਲ ਇਹ ਹੈ ਕਿ ਜੇਕਰ ਸਟੇਟਾਂ ਦੇ ਜਿਹੜੇ ਹੱਕ ਖਤਮ ਹੋ ਰਹੇ ਨੇ, APMC ਐਕਟਾਂ ਦੇ ਨੂੰ ਬਾਈਪਾਸ ਕੀਤਾ ਜਾ ਰਿਹਾ ਹੈ, ਔਰ ਟੈਕਸ ਲਾਉਣ ਦੀ ਸਰਕਾਰਾਂ ਦੀ ਜਿਹੜੀ ਸਟੇਟ ਗਵਰਨਮੈਂਟਾਂ ਦੀ ਤਾਕਤ ਜਿਹੜੀ ਹੈ ਉਹ ਬਾਈਪਾਸ ਕੀਤੀ ਜਾ ਰਹੀ ਹੈ, ਔਰ ਜ਼ਰੂਰੀ ਸੇਵਾਵਾਂ ਦਾ ਜਿਹੜਾ ਕਾਨੂੰਨ ਹੈ ਉਹ 'ਚ ਜ਼ਖੀਰੇਬਾਜ਼ੀ ਦੀ ਖੁੱਲ੍ਹਾ ਰਾਹ ਛੱਡਿਆ ਜਾ ਰਿਹਾ ਹੈ, ਉਹਦੇ ਨਾਲ ਸਾਰਿਆਂ 'ਤੇ ਅਸਰ ਤਾਂ ਪਊਗਾ। ਔਰ ਉਹ ਸਾਰਿਆਂ 'ਤੇ ਏਜੰਡਾ ਕੀ ਬਣਦਾ, ਏਜੰਡਾ ਕੀ ਇਹਦੇ 'ਚੋਂ ਫੈਡਰਲਿਜ਼ਮ ਦਾ ਨਿਕਲ ਕੇ ਉਹਦਾ ਮੇਨ ਏਜੰਡਿਆਂ ਦੇ ਵਿੱਚ ਸ਼ਾਮਲ ਬਣਦਾ, MSP ਕੀ ਉਹਦੇ ਸ਼ਾਮਲ ਬਣਦੀ ਹੈ, MSP ਦੀ ਵਿਧਾਨਕ ਗਰੰਟੀ। ਵੈਸੇ ਜਿਹੜੀ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਹੈ, ਇਹਨੇ 2 ਬਿੱਲ ਪਹਿਲਾਂ ਵੀ ਪ੍ਰਾਈਵੇਟ ਮੈਂਬਰ ਬਿੱਲ ਦੇ ਤੌਰ ਤੇ ਲੋਕ ਸਭਾ ਦੇ ਵਿੱਚ ਪੇਸ਼ ਕਰਵਾਏ ਸੀ, ਜਿਹਦੇ 'ਚ ਇੱਕ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਉਣਾ MSP ਨੂੰ, ਤੇ ਉਹਦੇ ਤੇ ਖਰੀਦ ਦੀ ਗਰੰਟੀ ਦਾ ਸਵਾਲ ਵੀ, ਇਕੱਲਾ ਕਣਕ ਝੋਨਾ ਨਹੀਂ, ਸਾਰੀਆਂ ਫਸਲਾਂ ਦੇ ਮਾਮਲੇ 'ਚ। ਦੂਜਾ ਕਿਸਾਨੀ ਦਾ ਕਰਜ਼ਾ ਮਾਫ ਕਰਨ ਦਾ ਸਵਾਲ ਹੈ। ਔਰ ਜੇ ਇਹ ਜਥੇਬੰਦੀਆਂ ਸਾਰੀਆਂ ਮਿਲ ਕੇ ਇਸ ਪਾਸੇ ਤੁਰਦੀਆਂ ਨੇ ਕਿ ਕੇਂਦਰੀਕਰਨ ਦੇ ਵੀ ਖਿਲਾਫ, ਲੋਕਾਂ ਦੀ ਇੰਪਾਵਰਮੈਂਟ ਦਾ ਸਵਾਲ ਵੀ ਹੈ। ਜੇ 2015 ਦੀ ਜਿਹੜੀ ਕਿਸਾਨ ਦਾ ਅੰਦੋਲਨ ਦੇਖੀਏ, ਉਹਦੀ ਸ਼ੁਰੂਆਤ ਗ੍ਰਾਮ ਸਭਾਵਾਂ ਤੋਂ ਹੋਈ ਸੀ। ਉਹਨਾਂ ਗ੍ਰਾਮ ਸਭਾਵਾਂ ਦੇ ਰਾਹੀਂ ਇਹਦੀ ਜਿਹੜੀ ਉਹ ਹੋਣ ਦੇ ਕਰਕੇ ਉਹਦੇ ਪ੍ਰਤੀ ਜਵਾਬਦੇਹੀ ਦਾ ਵੀ ਇੱਕ ਸਵਾਲ ਖੜਾ ਹੋਇਆ ਸੀ ਕਿ ਲੀਡਰਸ਼ਿਪ ਲੋਕਾਂ ਪ੍ਰਤੀ ਜਵਾਬਦੇਹ ਹੋਵੇ। ਇਹਦੇ 'ਚ ਇਹ ਅੰਸ਼, ਇਹ ਕਿੰਨੇ ਸ਼ਾਮਲ ਹੁੰਦੇ ਨੇ, ਇਹਦੇ 'ਚ ਕਿੰਨੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ, ਉਹ ਚੀਜ਼ਾਂ ਕਿਸਾਨ ਅੰਦੋਲਨ ਦੀ ਬੁਨਿਆਦ ਨੂੰ ਦਰਸਾਉਣਗੀਆਂ ਕਿ ਬੁਨਿਆਦ ਕਿੰਨੀ ਪੁਖਤਾ ਗਰਾਊਂਡ ਤੇ ਖੜੀ ਹੈ, ਜਾਂ ਬੁਨਿਆਦ ਕੇਵਲ ਕੁਝ ਇੱਕ ਅੱਧੀ ਗੱਲ ਤੇ ਸਹਿਮਤੀ ਹੋਈ ਹੈ। ਉਹ ਅਜੇ ਅੱਗੇ ਚੱਲ ਕੇ ਸ਼ਾਇਦ ਇਹ ਮੀਟਿੰਗ ਹੋਈ ਹੈ, ਹੋਰ ਵੀ ਮੀਟਿੰਗਾਂ ਹੋਣਗੀਆਂ, ਉਹਦੇ ਵਿੱਚ ਸ਼ਾਇਦ ਮੁੱਦਿਆਂ ਦੀ ਹੋਰ ਜ਼ਿਆਦਾ
ਉਹਨਾਂ ਦੇ ਮੁੱਦੇ ਤਰਾਸੇ ਜਾਣਗੇ ਜਾਂ ਉਹ ਇੱਕ ਦੂਜੇ ਨਾਲ ਸਹਿਮਤੀ ਜ਼ਿਆਦਾ ਬਰਕਰਾਰ ਹੋਏਗੀ ਆਪਸੀ ਆਦਾਨ ਪ੍ਰਦਾਨ ਦੇ ਵਿੱਚੋਂ। ਜਿੰਨੀ ਜ਼ਿਆਦਾ ਸਹਿਮਤੀ ਮੁੱਦਿਆਂ ਤੇ ਹੋਏਗੀ, ਜਿੰਨੀ ਜ਼ਿਆਦਾ ਸਪਸ਼ਟਤਾ ਮੁੱਦਿਆਂ ਤੇ ਹੋਏਗੀ, ਜਿੰਨੀ ਜ਼ਿਆਦਾ ਤਾਲਮੇਲ ਹੋਏਗਾ ਆਪਸ ਦੇ ਵਿੱਚ ਕਿਸਾਨਾਂ ਦੇ ਵਿੱਚ ਵੀ ਤੇ ਹੋਰ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਹੋਏਗੀ, ਓਨਾ ਹੀ ਇਹ ਅੰਦੋਲਨ ਦਾ ਬਹੁਤ ਵੱਡੇ ਪੱਧਰ ਤੇ ਅਸਰ ਵੀ ਬਣੇਗਾ। ਕਿਉਂਕਿ ਤਾਕਤਾਂ ਦਾ ਸਮਤੋਲ ਤੈਅ ਕਰੇਗਾ ਹੁਣ ਤਾਂ, ਨਹੀਂ ਤਾਂ ਕਲੀਅਰ ਕੱਟ ਲਾਈਨ ਬੀਜੇਪੀ ਦੀ ਸਰਕਾਰ ਨੇ ਕੱਢ ਦਿੱਤੀ ਹੈ। ਪ੍ਰਧਾਨ ਮੰਤਰੀ ਵਾਰ-ਵਾਰ ਬੋਲਦੇ ਨੇ, ਖੇਤੀ ਮੰਤਰੀ ਤੋਂ ਬਿਨਾਂ ਹੋਰ ਕਿੰਨੇ ਮੰਤਰੀ ਵਾਰ-ਵਾਰ ਬੋਲਦੇ ਨੇ ਕਿ ਇਹ ਵਾਪਸ ਨਹੀਂ ਲੈਣੇ, ਅਸੀਂ ਤਾਂ ਤੁਹਾਡਾ ਫਾਇਦਾ ਕਰ ਰਹੇ ਹਾਂ। ਔਰ ਜੇ ਫਾਇਦਾ ਕਰ ਰਹੇ ਨੇ, ਜਿਹੜੇ ਬੰਦੇ ਕਹਿੰਦੇ ਨੇ ਅਸੀਂ ਫਾਇਦਾ ਨਹੀਂ ਕਰਾਉਣਾ, ਤੁਸੀਂ ਜ਼ਬਰਦਸਤੀ ਸਾਡਾ ਫਾਇਦਾ ਕਿਉਂ ਕਰ ਰਹੇ ਹੋ? ਤੇ ਇਹਦਾ ਕੋਈ ਜਵਾਬ ਨਹੀਂ ਹੈ ਵੀ ਭਾਈ ਸਾਹਿਬ ਅਸੀਂ ਨਹੀਂ ਚਾਹੁੰਦੇ, ਅਸੀਂ ਸਾਨੂੰ ਸਾਡੇ ਹਾਲ ਤੇ ਛੱਡ ਦਿਓ, ਅਸੀਂ ਨਹੀਂ ਕਰਾਉਣਾ। ਤੇ ਉਹ ਕਹਿੰਦੇ ਨੇ ਜ਼ਬਰਦਸਤੀ ਕਿ ਅਸੀਂ ਫਾਇਦਾ ਕਰ ਰਹੇ ਹਾਂ। ਕਿਸਾਨੀ ਪਰ ਇਸ ਦੇਸ਼ ਦੀ ਇਹ ਗੱਲ ਮੰਨਣ ਵਾਲੀ ਹੈ ਕਿ ਇੱਕ ਵੀ ਬੰਦੇ ਨੂੰ, ਇੱਕ ਵੀ ਲੀਡਰ ਨੂੰ ਕਿਸਾਨੀ ਦੇ ਪੱਖ ਤੋਂ ਬੀਜੇਪੀ ਦੀ ਕੇਂਦਰ ਸਰਕਾਰ ਆਪਣੇ ਨਾਲ ਨਹੀਂ ਜੋੜ ਸਕੀ, ਆਪਣੇ ਭਾਰਤੀ ਕਿਸਾਨ ਸੰਘ ਨੂੰ ਵੀ ਆਪਣੇ ਨਾਲ ਸਹਿਮਤ ਨਹੀਂ ਕਰਾ ਸਕੀ। ਜਦੋਂ ਦੇਸ਼ ਦੀ ਐਡੀ ਵੱਡੀ ਆਬਾਦੀ, ਉਹਨਾਂ ਦੇ ਜਥੇਬੰਦੀਆਂ, ਉਹਨਾਂ ਨਾਲ ਜੁੜੇ ਹੋਰ ਲੋਕ ਸਾਰੇ ਕਹਿੰਦੇ ਹੋਣ ਕਿ ਸਾਡੇ ਖਿਲਾਫ ਹੈ, ਤੁਸੀਂ ਫਿਰ ਵੀ ਕਹੀ ਜਾਂਦੇ ਤੁਹਾਡੇ ਪੱਖ ਦੇ ਵਿੱਚ ਹੈ, ਤਾਂ ਇਹਦਾ ਮਤਲਬ ਤੁਹਾਡੇ ਦਿਮਾਗ 'ਚ ਜਾਂ ਕਿਤੇ ਨਾ ਕਿਤੇ ਕੋਈ ਗੜਬੜ ਹੈ ਕਿ ਸਿਆਣਪ ਦਾ ਲਾਇਸੈਂਸ ਤੁਹਾਡੇ ਕੋਲ ਹੈ। ਅਸਲ 'ਚ ਸਿਆਣਪ ਨਹੀਂ ਹੈ, ਉਹ ਕਾਰਪੋਰੇਟ ਘਰਾਣਿਆਂ ਦਾ ਦਬਦਬਾ ਹੈ ਉਹਨਾਂ 'ਤੇ, ਜਾਂ ਉਹਨਾਂ ਤੋਂ ਪੈਸੇ ਲੈ ਕੇ ਚੋਣ ਲੜਨ ਦਾ ਇੱਕ ਤਰੀਕਾ ਹੈ ਕਿ ਉਹਦੇ 'ਚ ਆਮ ਪੰਜਾਬੀ 'ਚ ਇੱਕ ਮੁਹਾਵਰ ਹੈ, ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਕਿਉਂਕਿ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਤੁਸੀਂ ਇਲੈਕਸ਼ਨ ਲੜਦੇ ਹੋ, ਫਿਰ ਜਿਵੇਂ ਉਹ ਕਹਿੰਦੇ ਨੇ ਉਹੀ ਜੀ ਪਾਲਿਸੀ ਬਣਾਉਂਦੇ ਹੋ, ਤੇ ਲੋਕ ਰਾਜ ਨੂੰ ਮਤਲਬ ਲੋਕਤੰਤਰ ਨੂੰ ਧਨਤੰਤਰ ਦੇ ਵਿੱਚ ਬਦਲਣ ਦਾ ਇੱਕ ਸਿਸਟਮ ਹੈ ਜਿਹੜਾ ਬਣ ਚੁੱਕਿਆ ਸਾਡੇ ਦੇਸ਼ 'ਚ। ਸ਼ਾਇਦ ਲੋਕ ਅੰਦੋਲਨ ਉਹਨੂੰ ਜਵਾਬ ਦੇ ਸਕੇਗਾ। ਧਨਤੰਤਰ ਦਾ ਜਵਾਬ ਲੋਕਤੰਤਰ ਹੈ, ਲੋਕਾਂ ਦਾ ਇਕੱਠ ਹੈ, ਲੋਕਾਂ ਦੀ ਸਪਸ਼ਟਤਾ ਹੈ। ਜੀ ਹਮੀਰ ਸਿੰਘ ਜੀ, ਇਹ ਤਾਂ ਗੱਲ ਸੀਗੀ ਜੇ ਆਪਾਂ ਗੱਲ ਕਿਸਾਨ ਸੰਘਰਸ਼ ਦੀ। ਇੱਕ ਦੂਜੇ ਪਾਸੇ ਇੱਕ ਵੱਡਾ ਮਸਲਾ ਅੱਜ ਦੇ ਟਾਈਮ ਆ ਰਿਹਾ ਪਰਾਲੀ ਨੂੰ ਸਾੜਨ ਦਾ, ਜਿਸ ਬਾਰੇ ਸੁਪਰੀਮ ਕੋਰਟ ਵੱਲੋਂ ਵੀ ਸਖਤ ਰਵੱਈਆ ਅਪਣਾਇਆ ਗਿਆ ਤੇ ਕੇਂਦਰ ਸਰਕਾਰ ਨੇ ਵੀ ਸੁਪਰੀਮ ਕੋਰਟ 'ਚ ਦੱਸਣ ਦੀ ਕੋਸ਼ਿਸ਼ ਕਰੀ ਹੈ ਵੀ ਕਿ ਅਸੀਂ ਇਸ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੇ ਹਾਂ, ਨਵਾਂ ਕਾਨੂੰਨ ਬਣਾਉਣ ਜਾ ਰਹੇ ਹਾਂ। ਅਸੀਂ ਜਾਣਨਾ ਚਾਹਾਂਗੇ ਕੀ ਕੋਈ ਨਵਾਂ ਕਾਨੂੰਨ ਆ ਰਿਹਾ ਹੈ ਜਾਂ ਕੀ ਹੋਣ ਜਾ ਰਿਹਾ? ਬਿਲਕੁਲ, ਪਰਾਲੀ ਇਹਨਾਂ ਮਹੀਨਿਆਂ ਦੇ ਵਿੱਚ ਆ ਕੇ ਇੱਕ ਰੌਲਾ 8-9 ਸਾਲ ਤੋਂ ਪੈਂਦਾ ਲਗਾਤਾਰ ਕਿ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਦੀ ਪਰਾਲੀ ਦਾ ਜਿਹੜਾ ਅੱਗ ਹੈ ਉਹ ਦਿੱਲੀ ਦੀ ਤੇ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਪੈਦਾ ਕਰਦੀ ਹੈ। ਔਰ ਓਵਰਆਲ ਪ੍ਰਦੂਸ਼ਣ ਤਾਂ ਸਾਰਿਆਂ ਨੇ ਦੇਖਿਆ ਕਿ ਓਵਰਆਲ ਪ੍ਰਦੂਸ਼ਣ ਦੇ ਵਿੱਚ ਖੇਤੀ ਦਾ ਕਿਹਾ ਜਾਂਦਾ 8% ਹਿੱਸਾ ਹੈ। ਕੇਂਦਰ ਦੇ ਵਾਤਾਵਰਣ ਮੰਤਰੀ ਇਹ ਕਹਿ ਰਹੇ ਨੇ ਕਿ ਇਸ ਪਰਾਲੀ ਦੇ ਮਾਮਲੇ ਦੇ ਵਿੱਚ 4% ਹਿੱਸਾ ਹੈ ਪਰਾਲੀ ਦਾ। ਤਾਂ ਪਹਿਲਾਂ ਬਾਕੀ ਦਾ 95-96% ਵੀ ਦੇਖਣਾ ਪਊ। ਜਿਹੜਾ ਕਾਨੂੰਨ ਦਾ ਸਵਾਲ ਹੈ, ਕਾਨੂੰਨਾਂ ਦੀ ਅਣਹੋਂਦ ਥੋੜ੍ਹੀ ਹੈ ਸਾਡੇ, ਕਾਨੂੰਨ ਤਾਂ ਪਹਿਲਾਂ ਹੀ ਬਹੁਤ ਨੇ ਔਰ ਪਹਿਲਾਂ ਹੀ ਉਹਨਾਂ ਕਾਨੂੰਨਾਂ ਦੇ ਤਹਿਤ ਤੁਸੀਂ ਜਿਹੜੇ ਮਰਜ਼ੀ ਤੇ ਪਰਚਾ ਦਰਜ ਕਰ ਦਿੰਦੇ ਹੋ, ਜਿਹਨੂੰ ਮਰਜ਼ੀ ਵਾਤਾਵਰਣ ਦੇ ਐਂਗਲ ਤੋਂ ਜੁਰਮਾਨਾ ਲਾ ਦਿੰਦੇ ਹੋ। ਉਹ ਸਾਰੀਆਂ ਚੀਜ਼ਾਂ ਨਹੀਂ ਹੈ। ਕਾਨੂੰਨ ਬਣਾ ਕੇ ਉਹਦੀ ਸਖਤੀ ਕਰਨ ਦੇ ਨਾਂ 'ਤੇ ਚੀਜ਼ਾਂ ਹੱਲ ਨਹੀਂ ਹੋਣਗੀਆਂ। ਚੀਜ਼ਾਂ ਜਿਹੜੀ ਅਸਲ ਸਮੱਸਿਆ ਹੈ ਉਹਦੀ ਜੜ ਨੂੰ, ਉਹਦੇ ਮੇਨ ਕਾਰਨਾਂ ਨੂੰ, ਉਹਨੂੰ ਐਡਰੈਸ ਕਰਕੇ ਉਹਨੂੰ ਸਮਝ ਕੇ ਹੱਲ ਹੋਣਗੀਆਂ। ਇਸ ਲਈ ਕਿਸਾਨਾਂ ਦੀ ਸਾਈਡ ਵੀ ਸਮਝਣੀ ਹੋਵੇਗੀ ਤੇ ਉਹਨੂੰ ਸਮਝਦੇ ਹੋਏ ਜੇਕਰ ਉਹ ਕਹਿੰਦੇ ਨੇ ਕਿ ਸਾਡਾ ਖਰਚਾ ਵੱਧਦਾ ਇਹਦੇ ਨਾਲ, ਤਾਂ ਖਰਚੇ ਨੂੰ ਪੂਰਨ ਦੀ ਜ਼ਿੰਮੇਵਾਰੀ ਕੇਂਦਰ ਦੀ ਸਰਕਾਰ ਨੂੰ ਤੇ ਕੁਝ ਰਲ ਕੇ ਰਾਜਾਂ ਦੀਆਂ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ। ਜੇ ਉਹ ਦੇਸ਼ ਨੂੰ ਐਡੀ ਵੱਡੀ ਮੁਸੀਬਤ ਤੋਂ ਮੁਕਤ ਕਰਨਾ ਚਾਹੁੰਦੇ ਨੇ ਤਾਂ ਥੋੜ੍ਹੇ ਬਹੁਤ ਜਿੰਨੇ ਪੈਸੇ ਉਧਰ ਲੱਗਦੇ ਨੇ ਤਾਂ ਉਹ ਪੈਸੇ ਦੇਣ 'ਚ ਕੀ ਹਰਜ ਹੈ? ਇਹ ਸਵਾਲ ਸੁਪਰੀਮ ਕੋਰਟ 'ਚ ਕਿਉਂ ਖੜਾ ਨਹੀਂ ਹੁੰਦਾ? ਇਹ ਸਵਾਲ ਬਾਕੀ ਜਗ੍ਹਾ ਖੜਾ ਨਹੀਂ ਹੁੰਦਾ ਕਿ ਤੁਸੀਂ 100 ਰੁਪਏ ਕੁਇੰਟਲ ਬੋਨਸ ਦੇਣ ਲਈ ਤਿਆਰ ਨਹੀਂ ਹੋ ਤੇ ਬਾਕੀ ਗਲਾ ਘੁੱਟਣ ਲਈ ਸਭ ਦਾ ਉਸ ਲੈਵਲ ਤੇ ਤਿਆਰ ਹੋ। ਇਸ ਕਰਕੇ ਪ੍ਰਦੂਸ਼ਣ ਦੇ ਸਮੱਸਿਆ ਨੂੰ ਸਮੁੱਚਤਾ 'ਚ ਲੈਣ ਦੀ ਲੋੜ ਹੈ। ਵਾਤਾਵਰਣ ਦਾ ਸੰਕਟ ਦੁਨੀਆ 'ਚ ਖੇਤੀ ਤੋਂ ਪਹਿਲਾਂ ਹੀ ਹੈ। ਉਹ ਮਤਲਬ ਟਰਾਂਸਪੋਰਟ ਦੇ ਨਾਲ ਕਿੰਨਾ ਹਵਾ ਦਾ ਪੋਲੂਸ਼ਨ ਹੁੰਦਾ ਹੈ, ਕੰਸਟਰਕਸ਼ਨ ਵਰਕ ਨਾਲ ਕਿੰਨਾ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ, ਭੱਠਿਆਂ ਦੀ ਹਵਾ ਪ੍ਰਦੂਸ਼ਣ ਨਾਲ ਕਿੰਨਾ, ਉਦਯੋਗਾਂ ਦੇ ਨਾਲ ਕਿੰਨਾ ਪ੍ਰਦੂਸ਼ਣ ਹੁੰਦਾ ਹੈ। ਉਹ ਸਾਰੇ ਪ੍ਰਦੂਸ਼ਣ ਦੀਆਂ ਚੀਜ਼ਾਂ ਨੇ। ਤੁਹਾਡੇ ਤੋਂ ਅੱਜ ਤੱਕ ਕੁਝ ਵੀ ਹੱਲ ਨਹੀਂ ਹੋਇਆ। ਕਾਨੂੰਨ ਤਾਂ ਪਹਿਲਾਂ ਵੀ ਨੇ ਤੇ ਇਸ ਕਰਕੇ ਇਸ ਨੂੰ ਇਕੱਲੇ ਕਾਨੂੰਨਾਂ ਦਾ ਸਵਾਲ ਨਹੀਂ ਹੈ। ਔਰ ਜਿੰਨੀਆਂ ਉਹ ਸਮੱਸਿਆਵਾਂ ਉਸ ਪੱਧਰ ਦੇ ਉੱਤੇ ਨੇ, ਡਿਵੈਲਪਮੈਂਟ ਦਾ ਜਿਹੜਾ ਤੁਸੀਂ ਤਰੀਕਾ ਅਪਣਾਇਆ ਹੋਇਆ, ਜਿਹੜਾ ਮਾਡਲ ਅਪਣਾਇਆ ਹੋਇਆ, ਉਹਦੇ 'ਚ ਬੁਨਿਆਦੀ ਸਮੱਸਿਆ ਦੀ ਜੜ ਪਈ ਹੈ। ਉਹਨੂੰ ਬਾਰੇ ਵੀ ਸੋਚਣਾ ਪਏਗਾ। ਉਹ ਗੱਲਾਂ 'ਤੇ ਵੀ ਡਿਸਕਸ ਕਰਨੀ ਪਏਗੀ ਸੁਪਰੀਮ ਕੋਰਟ 'ਚ ਵੀ ਤੇ ਬਾਹਰ ਸਮਾਜ ਦੇ ਵਿੱਚ ਵੀ। ਹਾਂ, ਪ੍ਰਦੂਸ਼ਣ ਬਿਲਕੁਲ ਸੰਕਟ ਹੈ, ਪਰ ਸੰਕਟ ਨੂੰ ਹੱਲ ਕਰਨ ਦਾ ਤਰੀਕਾਕਾਰ ਜਾਂ ਦਵਾਈ ਜਿਹੜੀ ਦਿੱਤੀ ਜਾ ਰਹੀ ਹੈ, ਉਹ ਦਵਾਈ ਸ਼ਾਇਦ ਜਿਹੜਾ ਮਰੀਜ਼ ਦਾ ਡਾਇਗਨੋਜ਼ ਪ੍ਰੋਪਰ ਕਰੇ ਬਿਨਾਂ ਦਿੱਤੀ ਜਾ ਰਹੀ ਹੈ। ਡਾਇਗਨੋਜ਼ ਪ੍ਰੋਪਰ ਕੀਤਾ ਜਾਏ ਤਾਂ ਮਸਲੇ ਦਾ ਹੱਲ ਵੀ ਨਿਕਲ ਆਏਗਾ ਤੇ ਰੋਗ ਦਾ ਹੱਲ ਵੀ ਹੋ ਜਾਏ। ਹਮੀਰ ਸਿੰਘ ਜੀ, ਜਿਵੇਂ ਹੁਣ ਤੁਸੀਂ ਦੱਸਿਆ ਹੀ ਹੈ ਵੀ ਕਿ ਪ੍ਰਦੂਸ਼ਣ ਇਕੱਲਾ ਪਰਾਲੀ ਨਾਲ ਨਹੀਂ ਹੋ ਰਿਹਾ,
ਟਰਾਂਸਪੋਰਟੇਸ਼ਨ ਹੈ, ਭੱਠੇ ਹੈ, ਹੋਰ ਇੰਡਸਟਰੀ ਹੈ, ਜਿਸ ਤੋਂ ਪ੍ਰਦੂਸ਼ਣ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ। ਪਰ ਜਿਹੜੀ ਕੇਂਦਰ ਸਰਕਾਰ ਹੈ ਉਹ ਫੈਸਲਾ ਸਿਰਫ ਪਰਾਲੀ ਨੂੰ ਮੁੱਖ ਰੱਖਦੇ ਹੋਏ ਲੈ ਰਹੀ ਹੈ। ਜੇਕਰ ਗੱਲ ਕਰੀਏ ਪ੍ਰਦੂਸ਼ਣ ਨੂੰ ਲੈ ਕੇ, ਕਿਸਾਨਾਂ ਦੀ, ਵਪਾਰੀਆਂ ਦੀ, ਭੱਠੇ ਮਾਲਕਾਂ ਦੀ, ਹਰ ਬੰਦੇ ਦੇ ਇਸ ਮੁੱਦੇ ਨੂੰ ਲੈ ਕੇ ਜਿਹੜੇ ਹੈਗੇ ਆਪਣੇ ਇੱਕ ਵੱਖੋ ਵੱਖਰੇ ਵਿਚਾਰ ਨੇ। ਪਰ ਕੇਂਦਰ ਸਰਕਾਰ ਇਹਨਾਂ ਦੀ ਕੋਈ ਵੀ ਸੁਣਵਾਈ ਕਰਨ ਨੂੰ ਜਾਂ ਇਹਨਾਂ ਦੀ ਗੱਲਾਂ ਨੂੰ ਮੁੱਖ ਰੱਖਦੇ ਹੋਏ ਸੁਣਨ ਦੀ ਥਾਂ ਤੇ ਆਪਣੇ ਹੀ ਫੈਸਲੇ ਜਿਹੜੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਸੇਮ ਉਸੇ ਤਰ੍ਹਾਂ ਜਿਹੜਾ ਹੈ ਕਿਸਾਨੀ ਅੰਦੋਲਨ 'ਚ ਵੀ ਹੋਇਆ, ਕਿਸਾਨੀ ਕਾਨੂੰਨਾਂ ਨੂੰ ਲੈ ਕੇ ਵੀ ਹੋਇਆ। ਕੀ ਕੇਂਦਰ ਸਰਕਾਰ ਜਿਹੜਾ ਹੈਗਾ ਇਹਨਾਂ ਦੀ ਸੁਣਨ ਦੀ ਕੋਈ ਸ਼ਮਤਾ ਰੱਖਦੀ ਹੈ ਜਾਂ ਇਹਨਾਂ ਹੀ ਸੁਣੇਗੀ? ਨਹੀਂ, ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਦਾ ਤਾਂ ਇਰਾਦਾ ਹੀ ਨਹੀਂ ਸੁਣਨ ਦਾ ਨਾ। ਔਰ ਇਰਾਦਾ ਇਹ ਹੈ ਕਿ ਜੇਕਰ ਹੁਣ ਕਿਸਾਨਾਂ ਦਾ ਅੰਦੋਲਨ ਹੋ ਰਿਹਾ ਤੇ ਕਿਸਾਨਾਂ ਨੂੰ ਬਿਠਾ ਕੇ ਗੱਲ ਕਰ ਲਓ। ਜੇਕਰ ਕੋਈ ਪ੍ਰਦੂਸ਼ਣ ਦੀ ਵੀ ਕਿਸਾਨਾਂ ਨਾਲ ਸਮੱਸਿਆ ਹੈ, ਪਹਿਲਾਂ ਉਹਨਾਂ ਦੀਆਂ ਜਥੇਬੰਦੀਆਂ ਨੂੰ ਬੁਲਾ ਕੇ ਸੁਣ ਲਓ ਉਹ ਕੀ ਕਹਿੰਦੇ ਨੇ। ਜੇ ਉਹਨਾਂ ਦੀ ਗੱਲ ਵਾਜਬ ਲੱਗਦੀ ਹੈ ਤਾਂ ਉਹ ਮੰਨ ਲਓ। ਤੁਸੀਂ ਆਪਣੇ ਆਪ ਹੀ ਚੀਜ਼ਾਂ ਲਾਗੂ ਕਰੀ ਜਾਂਦੇ ਹੋ, ਆਪਣੇ ਆਪ ਹੀ ਗੱਲ ਕਰੀ ਜਾਂਦੇ ਹੋ। ਕੇਂਦਰ ਦਾ ਤਾਂ ਐਡਾ ਤਾਨਾਸ਼ਾਹ ਰੁੱਖ ਹੈ ਹੁਣ, ਉਹ ਕਹਿੰਦੇ ਗੱਲ ਹੀ ਕੋਈ ਨਹੀਂ ਕਰਨੀ। ਤੁਹਾਡੇ ਮੰਤਰੀ ਫਿਰ ਰਹੇ ਨੇ ਘਰਾਓ ਕਰਾਉਂਦੇ, ਇੱਧਰ ਉੱਧਰ ਜਾਂਦੇ। ਉਹ ਚੰਡੀਗੜ੍ਹ ਚ ਆ ਕੇ ਜਾਂ ਆਲੇ ਦੁਆਲੇ ਜਾ ਕੇ ਉਹਨਾਂ ਨੂੰ ਬਿਠਾ ਕੇ ਗੱਲ ਕਰਨ ਲਈ ਤਿਆਰ ਨਹੀਂ ਹੈ। ਗੱਲ ਇਸ ਲਈ ਕਰਨ ਲਈ ਤਿਆਰ ਨਹੀਂ, ਗੱਲ ਉਦੋਂ ਹੁੰਦੀ ਹੈ ਜੇਕਰ ਉਹ ਇੰਨਾ ਕੁ ਉਹਦੇ 'ਚ ਜਗ੍ਹਾ ਰੱਖਣ ਕਿ ਜੇ ਸਾਡੀ ਗੱਲ 'ਚ ਕੋਈ ਕਮੀ ਹੋਈ ਅਸੀਂ ਮੰਨਣ ਲਈ ਤਿਆਰ ਹਾਂ। ਉਹ ਤਾਂ ਇਹ ਲਾਇਸੈਂਸ ਲਈ ਫਿਰਦੇ ਨੇ ਵੀ ਅਸੀਂ ਤਾਂ 100 ਨਹੀਂ 101% ਠੀਕ ਹਾਂ, ਇਸ ਲਈ ਗੱਲ ਦਾ ਮਤਲਬ ਇਹ ਕੋਈ ਨਹੀਂ, ਤੁਹਾਡੀ ਸੁਣਨੀ ਨਹੀਂ ਹੈ। ਜਿਹੜਾ ਇਹ ਤਰੀਕਾ ਹੁੰਦਾ, ਇਹ ਤਾਨਾਸ਼ਾਹ ਤਰੀਕਾ ਵੀ ਹੁੰਦਾ ਹੈ, ਜ਼ਮੀਨੀ ਹਕੀਕਤ ਨਾਲ ਮੈਚ ਵੀ ਨਹੀਂ ਕਰਦਾ। ਜਿਹੜਾ ਕਾਨੂੰਨ, ਜਿਹੜੀ ਪਾਲਿਸੀ, ਜਿਹੜੀ ਗੱਲ ਇੱਕ ਤਰਫਾ ਹੋਏਗੀ, ਜ਼ਮੀਨੀ ਹਕੀਕਤਾਂ ਤੋਂ ਟੁੱਟੀ ਪਈ ਹੋਏਗੀ, ਉਹ ਅਮਲ 'ਚ ਲਿਆਉਣੀ ਬਹੁਤ ਔਖੀ ਹੈ। ਚਾਹੇ ਕਾਨੂੰਨ ਬਣਾ ਲਓ, ਚਾਹੇ ਜੋ ਮਰਜ਼ੀ ਬਣਾ ਲਓ। ਉਹ ਤਸ਼ੱਦਦ ਤਾਂ ਲੋਕਾਂ 'ਤੇ ਕਰ ਸਕਦੀ ਹੈ ਪਰ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦੀ। ਨਾ ਕੇਵਲ ਲੋਕਾਂ ਦੀ ਸੰਤੁਸ਼ਟੀ ਹੋ ਸਕਦੀ ਹੈ ਬਲਕਿ ਜਿਹੜੀ ਸਮੱਸਿਆ ਖੜੀ ਰਹਿੰਦੀ ਹੈ ਉਹ ਜਿਉਂਦੀ ਤਿਉਂ ਖੜੀ ਰਹਿੰਦੀ ਹੈ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।